ਸਭ ਜੀ ਮੇਰਾ ਪਹਿਲਾਂ ਦਾ ਨਾਮ ਜਗਨਦੀਪ ਕੁਮਾਰ ਸੀ ਅਤੇ ਉਸ ਤੋਂ ਬਾਅਦ ਮੈਂ ਅੰਮ੍ਰਿਤ ਛਕਿਆ ਅਤੇ ਅੰਮ੍ਰਿਤ ਛਕਿਆ ਅਤੇ ਪੰਜ ਪਿਆਰਿਆਂ ਨੇ ਮੇਰਾ ਨਾਮ ਮਨਕੀਰਤ ਸਿੰਘ ਰੱਖਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਸਾਡੇ ਗੁਰੂ ਸਾਹਿਬ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਹੇ। ਗੁਰਸਿੱਖ ਉਹ ਹੈ ਜੋ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਰਸਤੇ ਦੇ ਉੱਤੇ ਤੁਰਦਾ ਹੈ, ਜਿਸ ਦਾ ਮੁੱਖ, ਜਿਸ ਦਾ ਮਨ ਆਪਣੇ ਗੁਰੂ ਦੇ ਵੱਲ ਹੈ, ਅਤੇ ਜਿਹੜਾ ਜੋ ਗੁਰ ਕਹੈ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਸਾਹਿਬ ਆਖਦੇ ਨੇ, ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਸਾਉਂਦਾ ਹੈ। ਅੱਜ ਜਦੋਂ ਆਪਾਂ ਵੇਖਦੇ ਹਾਂ ਕਿ ਬਹੁਤ ਪਦਾਰਥਵਾਦੀ ਯੁੱਗ ਹੈ, ਹਰੇਕ ਇਨਸਾਨ ਜਿਹੜਾ ਹੈ ਸਿਰਫ ਆਪਣੇ ਕੁਟੁੰਬ, ਆਪਣੇ ਟੱਬਰ ਤੱਕ ਸੀਮਿਤ ਹੈ ਬਹੁਤਾ, ਜਾਂ ਬਹੁਤਿਆਂ ਨੇ ਆਪਣੀਆਂ ਦੁਨਿਆਵੀ ਇੱਛਾਵਾਂ ਬਹੁਤ ਜ਼ਿਆਦਾ ਵਧਾ ਲਈਆਂ ਨੇ ਅਤੇ ਉਹਨਾਂ ਵਧੀਆਂ ਹੋਈਆਂ ਦੁਨਿਆਵੀ ਇੱਛਾਵਾਂ ਦੀ ਪੂਰਤੀ ਦੇ ਵਾਸਤੇ ਉਹ ਹਰ ਵੇਲੇ ਪਦਾਰਥਾਂ ਦੇ ਮਗਰ ਦੌੜ ਰਿਹਾ ਹੈ। ਪਰ ਐਸੇ ਪਦਾਰਥਵਾਦੀ ਯੁੱਗ ਦੇ ਵਿੱਚ ਵੀ ਕੋਈ ਇਨਸਾਨ, ਕੋਈ ਗੁਰਸਿੱਖ ਜੋ ਸਾਡੇ ਗੁਰੂ ਸਾਹਿਬ ਜੀ ਦੇ ਉਪਦੇਸ਼ ਨੇ, ਗੁਰਬਾਣੀ ਹੈ, ਗੁਰਬਾਣੀ ਨੂੰ ਆਪਣੇ ਹੱਥਾਂ ਦੇ ਨਾਲ ਲਿਖੇ, ਜੋ ਸਾਡੀ ਇੱਕ ਮਰਿਆਦਾ ਰਹੀ ਹੈ ਕਿ ਹੱਥ ਲਿਖਤ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ, ਉਸ ਮਰਿਆਦਾ ਅਤੇ ਉਸ ਪਰੰਪਰਾ ਨੂੰ ਅੱਗੇ ਤੋਰੇ। ਤਾਂ ਅੱਜ ਦੇ ਇਸ ਪਦਾਰਥਵਾਦੀ ਯੁੱਗ ਦੇ ਵਿੱਚ ਇਹ ਬਹੁਤ ਅਚੰਭੇ ਵਾਲੀ ਅਤੇ ਹੈਰਾਨ ਕਰਨ ਵਾਲੀ ਵੀ ਗੱਲ ਲੱਗਦੀ ਹੈ। ਪਰ ਅੱਜ ਅਸੀਂ ਪਿੰਡ ਭਗਤਾ ਭਾਈ ਕਾ, ਜੋ ਕਿ ਇੱਕ ਇਤਿਹਾਸਕ ਪਿੰਡ ਹੈ, ਇਸ ਪਿੰਡ ਦੇ ਵਿੱਚ ਭਾਈ ਮਨਕੀਰਤ ਸਿੰਘ ਜੀ ਦੇ ਪਾਸ ਪਹੁੰਚੇ ਹਾਂ, ਜਿਹੜੇ ਕਿ ਘਰ ਦੇ ਵਿੱਚ ਹੀ ਸਿਆਹੀ ਤਿਆਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ, ਲੜੀਵਾਰ ਸਰੂਪ ਹੱਥਾਂ ਦੇ ਨਾਲ ਲਿਖਦੇ ਨੇ। ਆਓ ਆਪਾਂ ਕੁਛ ਸਮਾਂ ਉਹਨਾਂ ਦੇ ਨਾਲ ਗੱਲਬਾਤ ਕਰੀਏ। ਭਾਈ ਸਾਹਿਬ ਜੀ, ਆਪ ਜੀ ਦਾ ਸਾਡੇ ਚੈਨਲ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਤੁਹਾਡੇ ਮਨ ਦੇ ਅੰਦਰ ਇਹ ਕਿਵੇਂ ਖਿਆਲ ਆਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਸਰੂਪ ਆ ਉਹ ਸਾਨੂੰ ਹੱਥ ਦੇ ਨਾਲ ਲਿਖਣਾ ਚਾਹੀਦਾ? ਤੁਹਾਡੇ ਮਨ ਦੇ ਵਿੱਚ ਫੁਰਨਾ ਕਿੱਥੋਂ ਫੁਰਿਆ? ਇਹ ਫੁਰਨੇ ਦੀ ਤਾਂ ਗੱਲ ਭਾਈ ਸਾਹਿਬ ਜੀ ਇੱਦਾਂ ਵੀ, ਕਿਉਂਕਿ ਇੱਕ ਤਾਂ ਸਾਡੀ ਮਰਿਆਦਾ ਹੈ ਅਤੇ ਦੂਜਾ ਗੁਰੂ ਸਾਹਿਬ ਨੇ ਕਿਰਪਾ ਕੀਤੀ। ਆਪ ਜੀ ਜਾਣਦੇ ਹੋ, ਪਹਿਲਾਂ ਜੋ ਵੀ ਚੈਨਲਾਂ ਨੇ ਕੀਤਾ ਇਹ ਵੀ ਪਰਿਵਾਰ ਸਾਡਾ ਇੱਦਾਂ ਦਾ ਜੋ ਵੀ ਸੀ, ਪਿੱਛੋਂ ਹਿੰਦੂ, ਸਾਡਾ ਸਿੱਖ ਧਰਮ ਦੇ ਨਾਲ ਜਾਂ ਕੋਈ ਵੀ ਰਿਲੇਸ਼ਨ ਨਹੀਂ ਸੀ, ਅਤੇ ਸਭ ਵਡਿਆਈ ਉਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਦਵਾਈ। ਫਿਰ ਜਦੋਂ ਕੇਸਾਧਾਰੀ ਅੰਮ੍ਰਿਤਧਾਰੀ ਹੋਇਆ, ਫਿਰ ਕੁਛ ਕੁ ਸਿੱਖੀ ਦੇ ਸਿਧਾਂਤਾਂ ਬਾਰੇ ਪਤਾ ਲੱਗਿਆ ਵੀ ਗੁਰਬਾਣੀ ਲਿਖਣ ਦੀ ਇੱਕ ਪਰੰਪਰਾ ਪਹਿਲਾਂ ਰਹੀ ਹੈ। ਫਿਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਉਹਨਾਂ ਦੀ ਕਿਰਪਾ ਸਦਕਾ ਹੀ, ਉਹਨਾਂ ਦੀ ਆਗਿਆ ਸਦਕਾ ਹੀ ਇਹ ਬਾਣੀ ਆਰੰਭਤਾ ਕੀਤੀ ਹੈ ਲਿਖਣੀ ਜੀ। ਅਤੇ ਬਾਕੀ ਸਤਿਗੁਰੂ ਦੀ ਰਹਿਮਤ ਤੋਂ ਬਿਨਾਂ ਇਹ ਕਾਰਜ ਨਹੀਂ ਹੋ ਸਕਦਾ। ਮੇਰਾ ਤਾਂ ਕੁੱਲ ਮਿਲਾ ਕੇ ਕਹਿਣਾ ਇਹੀ ਹੈ ਵੀ ਉਹਦੀ ਵਡਿਆਈ ਸਦਕਾ ਹੀ, ਵੀ ਉਹਦੀ ਕਿਰਪਾ ਸਦਕਾ ਹੀ ਇਹ ਮੈਂ ਕਾਰਜ ਕਰਨਾ ਆਰੰਭ ਕੀਤਾ ਹੈ। ਭਾਈ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਮਤਲਬ ਜਨਮ ਤੋਂ ਸਿੱਖ ਨਹੀਂ ਹੋ, ਹਿੰਦੂ ਧਰਮ ਨੂੰ ਪਹਿਲਾਂ ਤੁਸੀਂ ਬਿਲੋਂਗ ਕਰਦੇ ਹੋ। ਤੁਹਾਡਾ ਪਹਿਲਾ ਜਿਹੜਾ ਨਾਮ ਕੀ ਸੀ, ਅਤੇ ਜਦੋਂ ਤੁਸੀਂ ਸਿੱਖੀ ਵਾਲੇ ਪਾਸੇ ਆਏ ਹੋ, ਸਿੱਖ ਬਣੇ ਹੋ, ਅਤੇ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਿਲਾਂ, ਪਰੇਸ਼ਾਨੀਆਂ ਸੁਸਾਇਟੀ ਵੱਲੋਂ ਵੀ ਜਾਂ ਕੁਛ ਪਰਿਵਾਰਕ ਤੌਰ 'ਤੇ ਵੀ ਆਈਆਂ ਹੋਣਗੀਆਂ? ਭਾਈ ਸਾਹਿਬ ਜੀ, ਮੇਰਾ ਪਹਿਲਾਂ ਦਾ ਨਾਮ ਜਗਨਦੀਪ ਕੁਮਾਰ ਸੀ ਅਤੇ ਉਸ ਤੋਂ ਬਾਅਦ ਮੈਂ ਅੰਮ੍ਰਿਤ ਛਕਿਆ ਅਤੇ ਪੰਜ ਪਿਆਰਿਆਂ ਨੇ ਮੇਰਾ ਨਾਮ ਮਨਕੀਰਤ ਸਿੰਘ ਰੱਖਿਆ। ਅਤੇ ਸਤਿਗੁਰੂ ਦੀ ਕਿਰਪਾ ਸਦਕਾ ਭੀੜ ਬਹੁਤ ਪਈ ਹੈ, ਬਹੁਤ ਕੁਛ ਦੇਖਿਆ। ਕੁਛ ਕੁ ਸਮਾਂ ਤਾਂ ਪਰਿਵਾਰ ਦੇ, ਮੇਰੇ ਪਿਤਾ ਜੀ ਨੇ ਥੋੜ੍ਹਾ ਜਿਹਾ ਵਿਰੋਧ ਕੀਤਾ ਅਤੇ ਸਾਡੇ ਰਿਸ਼ਤੇਦਾਰ ਵੀ ਨਾਰਾਜ਼ ਹੋ ਗਏ ਵੀ ਇਹ ਜੇ ਕੇਸ ਰੱਖੇਗਾ ਤਾਂ ਅਸੀਂ ਇਹਦੇ ਨਾਲ ਵਰਤਣਾ ਨਹੀਂ। ਅਤੇ ਮੈਂ ਉਹਨਾਂ ਨੂੰ ਕਿਹਾ ਵੀ ਮੇਰਾ ਕਲਗੀਆਂ ਵਾਲਾ ਨਾ ਰੁੱਸੇ, ਮੈਨੂੰ ਤੁਹਾਡੀ ਕੋਈ ਲੋੜ ਨਹੀਂ। ਜਿਹਦੇ ਨਾਲ ਉਹ ਕਲਗੀਧਰ ਪਿਤਾ ਆਪ ਖੜ੍ਹੇ ਹੋਣ,
ਉਹਨੂੰ ਕਿਸੇ ਹੋਰ ਦੀ ਲੋੜ ਵੀ ਨਹੀਂ ਹੁੰਦੀ। ਮੁਸੀਬਤਾਂ ਇੰਨੀਆਂ ਕੁ ਝੱਲੀਆਂ, ਚਲੋ ਬਹੁਤ ਸਾਰਾ ਸਮਾਜ ਸਾਡਾ ਇਹੋ ਜਿਹਾ ਵੀ ਦੁਦਕਾਰ ਵੀ ਦਿੰਦਾ ਸੀ, ਦੁਦਕਾਰਾਂ ਵੀ ਪਈਆਂ ਨੇ। ਚਲੋ ਆਪਾਂ ਉਹ ਨਹੀਂ ਵਿਚਾਰ ਬਹੁਤਾ ਕਰਨਾ ਚਾਹੁੰਦੇ, ਦੁਦਕਾਰਾਂ ਵੀ ਪਈਆਂ ਨੇ, ਪਰ ਗੁਰੂ ਕਲਗੀਧਰ ਨੇ ਆਪਣਾ ਪੱਲਾ ਨਹੀਂ ਛਡਾਇਆ। ਭਾਈ ਸਾਹਿਬ ਜੀ, ਜਿਵੇਂ ਤੁਸੀਂ ਮਤਲਬ ਸਿੱਖੀ ਵਾਲੇ ਪਾਸੇ ਨੂੰ ਆਏ, ਅਤੇ ਤੁਹਾਨੂੰ ਸਿੱਖੀ ਵਾਲੇ ਪਾਸੇ ਆਣ ਕੇ ਕਿਹੋ ਜਿਹਾ ਲੱਗਾ, ਜਾਂ ਤੁਸੀਂ ਆਏ ਕਿਉਂ ਮਤਲਬ ਇਸ ਪਾਸੇ ਨੂੰ? ਮਤਲਬ ਔਖਾ ਹੁੰਦਾ ਨਾ ਵੀ ਮੰਨ ਲਓ ਜਿਹੜਾ ਬੰਦਾ ਜਿੱਥੇ ਜੰਮਿਆ ਵਾ, ਜੋ ਉਹਦੇ ਸੰਸਕਾਰ ਆ ਜਨਮ ਤੋਂ ਲੈ ਕੇ, ਜੋ ਘਰ ਦੇ ਵਿੱਚ ਰਹਿਣ ਸਹਿਣ ਦਾ ਢੰਗ ਆ, ਉਹਦੇ ਤੋਂ ਬਾਅਦ ਇੱਕਦਮ ਸਿੱਖੀ ਵਾਲੇ ਪਾਸੇ ਆਉਣਾ, ਮਤਲਬ ਤੁਹਾਨੂੰ ਕੀ ਮਹਿਸੂਸ ਹੋਇਆ, ਜਾਂ ਤੁਸੀਂ ਕਿਵੇਂ ਮਤਲਬ ਇਹ ਪਾਸੇ ਨੂੰ ਆ ਗਏ? ਇਹ ਭਾਈ ਸਾਹਿਬ ਜੀ, ਇਹ ਤਾਂ ਨਾ ਬਿਆਨਣ ਵਾਲੀ ਗੱਲ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਐਡੀ ਰਹਿਮਤ ਕੀਤੀ। ਮਨ ਪ੍ਰਭਾਵਿਤ ਹਰੇਕ ਗੱਲ ਤੋਂ ਹੁੰਦਾ ਹੈ। ਸੱਚੇ ਪਾਤਸ਼ਾਹ ਨੇ, ਜਦੋਂ ਮੈਂ ਗੁਰਦੁਆਰਾ ਸਾਹਿਬ ਜਾਣਾ, ਗੁਰਦੁਆਰਾ ਸਾਹਿਬ ਜਾਂਦੇ ਹੀ ਆਪਾਂ ਜੋੜੇ ਉਤਾਰ ਕੇ ਚਰਨ ਕੁੰਡ ਦੇ ਵਿੱਚ ਪੈਰ ਧੋਨੇ ਉੱਪਰ ਜਾਂਦੇ ਹਾਂ। ਅਤੇ ਇੱਕ ਦਿਨ ਮਨ ਦੇ ਵਿੱਚ ਵਿਚਾਰ ਆਇਆ ਵੀ ਇਸੇ ਤਰ੍ਹਾਂ ਜਿਸ ਤਰ੍ਹਾਂ ਤੂੰ ਜੋੜੇ ਬਾਹਰ ਲਾ ਕੇ ਆਇਆ ਹੈ, ਜੇ ਤੂੰ ਆਪਣਾ ਮਾਨ ਅਤੇ ਹੰਕਾਰ ਤਿਆਗ ਕੇ ਸਿੱਖੀ ਨੂੰ ਅਪਣਾ ਲਵੇ, ਜੇ ਤੂੰ ਇਸ ਸਿੱਖੀ ਦੇ ਨਾਲ ਜੁੜ ਜਾਵੇਂ, ਜਿਵੇਂ ਮੈਂ ਪਹਿਲਾਂ ਬਹੁਤ ਸਾਰੇ ਧਰਮ ਸਥਾਨਾਂ ਦੇ ਉੱਤੇ ਸਾਰੇ ਕਿਤੇ ਜਾ ਕੇ ਆਇਆ, ਤਕਰੀਬਨ ਕੁੱਲ ਮਿਲਾ ਕੇ ਜੋ ਵੀ ਡੇਰਾਵਾਦ ਹੈ ਸਾਰੇ ਕਿਤੇ ਜਾ ਕੇ ਸਤਿਗੁਰੂ ਨੇ ਕਿਰਪਾ ਕੀਤੀ। ਗੁਰੂ ਨਾਨਕ ਸਾਹਿਬ ਦੇ ਘਰੇ ਆ ਕੇ ਜਿਹੜਾ ਸਕੂਨ ਮਿਲਿਆ ਨਾ, ਉਹ ਕਿਤੇ ਨਹੀਂ ਮਿਲਿਆ। ਜਿਹੜੀ ਤੁਸੀਂ ਗੱਲ ਕਰ ਰਹੇ ਸੀ ਕਿਉਂ ਦਾ ਜਵਾਬ ਤਾਂ ਮੇਰੇ ਕੋਲ ਵੀ ਹਜੇ ਤੱਕ ਨਹੀਂ। ਵੀ ਮਨ ਨੂੰ ਚੰਗਾ ਲੱਗਿਆ, ਗੁਰੂ ਦੀ ਰਹਿਮਤ ਹੋਈ, ਇਹ ਉਹਦੀ ਰਹਿਮਤ ਸੀ ਜਾਂ ਮੇਰੇ ਪੂਰਬਲੇ ਕਰਮਾਂ ਦਾ ਕੁਛ ਸੀ ਜਾਂ ਕਿਵੇਂ ਵੀ ਸੀ, ਮੈਨੂੰ ਇਸ ਗੱਲ ਦਾ ਕੁਛ ਨਹੀਂ ਪਤਾ। ਪਰ ਇਸ ਜਨਮ ਦੇ ਕਰਮਾਂ ਦਾ ਮੈਨੂੰ ਪਤਾ ਵੀ ਮੇਰੇ ਇਸ ਜਨਮ ਦੇ ਕੋਈ ਏਡੇ ਉੱਚ ਕੋਟੀ ਦੇ ਕਰਮ ਨਹੀਂ ਸੀ ਵੀ ਮੈਂ ਸਿੱਖੀ ਦੇ ਜੋਗਾ ਹੋਵਾਂ, ਕਿਉਂਕਿ ਸਿੱਖੀ ਵਾਸਤੇ ਬਹੁਤ ਉੱਚੇ ਕਰਮ ਚਾਹੀਦੇ ਨੇ। ਅਤੇ ਪਰ ਮੈਂ ਕੁੱਲ ਮਿਲਾ ਕੇ ਇਹ ਕਹਿ ਸਕਦਾ ਵੀ ਇਹ ਸਾਰੀ ਦੀ ਸਾਰੀ ਕਿਰਪਾ ਹੀ ਗੁਰੂ ਸਾਹਿਬ ਦੀ ਹੈ। ਕਿਉਂ ਦਾ ਕਾਰਨ ਇਹੀ ਹੈ ਵੀ ਸਤਿਗੁਰੂ ਹੀ ਜਾਣਦੇ ਨੇ ਉਹਨਾਂ ਨੇ ਕਿਉਂ ਮੈਨੂੰ ਇਹ ਸੇਵਾ ਦਿੱਤੀ, ਕਿਉਂ ਸਿੱਖੀ ਸਰੂਪ ਦਿੱਤਾ। ਅਤੇ ਬਸ ਮੈਂ ਤਾਂ ਇਹ ਕਹਿਣਾ ਵੀ ਬਹੁਤ 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 ਜ਼ਿਆਦਾ ਧੰਨਵਾਦ ਹੈ ਸਤਿਗੁਰੂ ਦਾ, ਵੀ ਤਾਂ ਜ਼ਿੰਦਗੀ ਮੈਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਇਸੇ ਤਰ੍ਹਾਂ ਸੇਵਾ ਕਰਦਾ ਰਹਾਂ। ਅਤੇ ਬਸ ਇਹੀ ਮੈਨੂੰ ਸਿੱਖੀ ਦੀ ਦਾਤ ਦਿੱਤੀ ਹੈ। ਹੋਰ ਕਿਰਪਾ ਕਰਿਓ, ਬਾਣੀ ਅਤੇ ਬਾਣੇ ਦੇ ਨਾਲ ਜੋੜ ਕੇ ਰੱਖਿਓ। ਭਾਈ ਸਾਹਿਬ, ਜਦੋਂ ਹੁਣ ਤੁਸੀਂ ਮਹਾਰਾਜ ਜੀ ਦਾ ਸਰੂਪ ਲਿਖਦੇ ਹੋ, ਘਰ ਦੇ ਵਿੱਚ ਹੀ ਤੁਸੀਂ ਸਿਆਹੀ ਤਿਆਰ ਕਰਦੇ ਹੋ, ਕਲਮਾਂ ਤਿਆਰ ਕਰਦੇ ਹੋ, ਸੰਗਤ ਦੇਖ ਵੀ ਸਕਦੀ ਵੀ ਕਿੱਦਾਂ ਦੀਆਂ ਕਲਮਾਂ ਵਾਂ ਅਤੇ ਸਿਆਹੀ ਹੈ ਜਿਹੜੀ ਤੁਸੀਂ ਹੱਥਾਂ ਨਾਲ ਤਿਆਰ ਕਰਦੇ ਹੋ। ਜਦੋਂ ਤੁਸੀਂ ਸੱਚੇ ਪਾਤਸ਼ਾਹ ਦੇ ਸ਼ਬਦ ਆਪਣੇ ਹੱਥਾਂ ਦੇ ਨਾਲ ਲਿਖਦੇ ਹੋ ਅਤੇ ਤੁਹਾਨੂੰ ਕਿਵੇਂ ਦਾ ਮਹਿਸੂਸ ਹੁੰਦਾ? ਇਸ ਤਰ੍ਹਾਂ ਲੱਗਦਾ ਹੈ ਵੀ ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਬੈਠੇ ਨੇ, ਲਿਖਦੇ ਸਮੇਂ ਉਹਨਾਂ ਦੇ ਚਿਹਰੇ ਦੇ ਉੱਤੇ ਹੱਥ ਫੇਰ ਰਹੇ ਹਾਂ ਬੜੇ ਪਿਆਰ ਨਾਲ। ਅਤੇ ਜਦੋਂ ਕੋਈ ਸ਼ਬਦ ਉਹ ਪੂਰੀ ਪੰਗਤੀ ਲਿਖੀ ਜਾਂਦੀ ਹੈ, ਜਿਵੇਂ ਕਿ ਨਾਮ ਜਪੋ ਮੇਰੇ ਸਾਜਨ ਸੈਨਾ, ਇੱਦਾਂ ਲੱਗਦਾ ਹੁੰਦਾ ਵੀ ਗੁਰੂ ਨਾਨਕ ਸਾਹਿਬ ਨੇ ਪਿਆਰੇ ਪਿਆਰੇ ਬੁੱਲ੍ਹਾਂ ਦੇ ਵਿੱਚੋਂ ਇੱਕ ਕੋਮਲ ਜੀ ਆਵਾਜ਼ ਦੇ ਨਾਲ, ਇੱਕ ਦਿਲ ਖਿੱਚਵੀਂ ਆਵਾਜ਼ ਦੇ ਨਾਲ ਇਸ ਤਰ੍ਹਾਂ ਇੱਦਾਂ ਕਹਿ ਦਿੱਤਾ ਹੋਵੇ, ਤੂੰ ਆਹ ਕੰਮ ਕਰ ਪਿਆਰਿਆ। ਅਤੇ ਇਹ ਮਹਿਸੂਸ ਇੱਦਾਂ ਹੁੰਦਾ ਵੀ ਸੱਚੇ ਪਾਤਸ਼ਾਹ ਆਪ ਬੈਠੇ ਨੇ, ਜਿਨ੍ਹਾਂ ਨੂੰ ਅਸੀਂ ਦੇਖਣਾ ਚਾਹੁੰਦੇ ਹਾਂ ਅਤੇ ਜਿਨ੍ਹਾਂ ਨੂੰ ਦੇਖਣ ਦੇ ਮਨ ਦੇ ਵਿੱਚ ਲਾਲਸਾ ਹੈ, ਉਹ ਸਾਰੀ ਪੂਰੀ ਹੋ ਗਈ ਹੈ। ਵੀ ਸੱਚੇ ਪਾਤਸ਼ਾਹ ਆਪ ਨੇ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜੋ 10 ਪਾਤਸ਼ਾਹੀਆਂ ਨੇ, ਭਗਤ ਸਾਹਿਬਾਨ ਨੇ, ਭੱਟ ਸਾਹਿਬਾਨ ਨੇ, ਸਿੱਖ ਸਾਹਿਬਾਨ ਨੇ, ਜੋ ਭਗਤ ਵੀ ਨੇ, ਜੋ ਵੀ ਨੇ, ਸਾਰੇ ਦੇ ਸਾਰੇ ਉਹਨਾਂ ਦੇ ਦਰਸ਼ਨ ਇੱਕ ਬਾਣੀ ਦੇ ਵਿੱਚੋਂ ਕਰਨ ਨੂੰ ਮਿਲ ਜਾਂਦੇ ਨੇ। ਭਾਈ ਸਾਹਿਬ, ਇਹ ਕਦੋਂ ਤੋਂ ਤੁਸੀਂ ਸ਼ੁਰੂ ਕੀਤਾ ਹੈਗਾ ਮਹਾਰਾਜ ਜੀ ਦਾ ਸਰੂਪ ਹੱਥਾਂ ਨਾਲ ਲਿਖਣਾ? ਜਦੋਂ ਆਪਾਂ 550 ਸਾਲਾ ਮਨਾਇਆ ਸੀ ਸਤਿਗੁਰਾਂ ਦਾ, ਅਤੇ ਉਦੋਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕੀਤੀ, ਉਦੋਂ ਆਰੰਭ ਕੀਤਾ। ਅੱਜ 2 ਸਾਲ ਕਰੀਬ ਹੋ ਚੁੱਕੇ ਨੇ, ਅਤੇ ਅੱਗੇ ਹੋਰ 4-5 ਸਾਲ ਹੋਰ ਲੱਗ ਜਾਣਗੇ, ਕਿਉਂਕਿ ਭਾਵਨਾ ਅਤੇ ਪ੍ਰੇਮ ਦੇ ਨਾਲ ਹੌਲੀ ਹੌਲੀ ਹਲੇ ਮੀਨਾਕਾਰੀ ਵੀ ਕਰਨ ਵਾਲੀ ਪਈ ਹੈ, ਲਿਖਤੀ ਵੀ ਬਹੁਤ ਸਾਰੀ ਪਈ ਹੈ ਕਰਨ ਵਾਲੀ। ਮਤਲਬ ਰੋਜ਼ ਦੇ ਤੁਸੀਂ ਕਿੰਨੇ ਅੰਗ ਸੱਚੇ ਪਾਤਸ਼ਾਹ ਦੇ ਲਿਖ ਦਿੰਦੇ ਆ? ਤਕਰੀਬਨ ਭਾਈ ਸਾਹਿਬ ਜੀ 1 ਅੰਗ ਲਿਖਿਆ ਜਾਂਦਾ ਹੈ, ਕਿਉਂਕਿ ਕਿਰਤੀ ਹੋਣ ਦੇ ਕਰਕੇ ਆਪਾਂ ਨੂੰ ਆਪਣਾ ਪਰਿਵਾਰ ਵੀ ਪਾਲਣਾ ਪੈਂਦਾ, ਕਿਰਤ ਵੀ ਕਰਨੀ ਪੈਂਦੀ ਹੈ।
ਕੋਸ਼ਿਸ਼ ਕਰੀਦੀ ਹੈ ਵੀ ਸੱਚੇ ਪਾਤਸ਼ਾਹ ਦੇ ਤਿੰਨੇ ਜਿਹੜੇ ਹੁਕਮ ਨੇ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ, ਉਹਨਾਂ ਦੇ ਉੱਤੇ ਪਹਿਰਾ ਦਿੱਤਾ ਜਾਵੇ। ਅਤੇ ਉਹਦੇ ਕਰਕੇ ਫਿਰ ਅੰਮ੍ਰਿਤ ਵੇਲੇ ਤੋਂ ਲੈ ਕੇ ਜਿਵੇਂ 7-8 ਵਜੇ ਤੱਕ, ਅੱਜ ਤਾਂ ਚਲੋ ਨਹੀਂ ਗਏ, ਅਤੇ ਉਹ 7-8 ਵਜੇ ਤੱਕ ਸੇਵਾ ਲਾਈ, ਅਤੇ ਉਸ ਤੋਂ ਬਾਅਦ ਸ਼ਾਮਾਂ ਦੇ ਵੇਲੇ ਜਿਹੜਾ ਅੰਗ ਕੋਈ 5-4 ਪੰਕਤੀਆਂ ਰਹਿੰਦੀਆਂ ਨੇ, ਉਹ ਸ਼ਾਮ ਦੇ ਵੇਲੇ ਸੇਵਾ ਲਾਈ ਦੀ ਹੈ। ਜਿਵੇਂ ਭਾਈ ਮਨਕੀਰਤ ਸਿੰਘ ਨੇ ਦੱਸਿਆ ਕਿ ਇਹ ਕਿਰਤ ਵੀ ਕਰਦੇ ਨੇ ਆਪਣੀ, ਇਹ ਸਕੂਲ 'ਚ ਪੜ੍ਹਾਉਂਦੇ ਵੀ ਰਹੇ ਨੇ, ਇਹ ਮੁਨਸ਼ੀ ਵੀ ਲੱਗੇ ਰਹੇ ਨੇ। ਹੁਣ ਇਹਨਾਂ ਨੇ ਨਰਸਰੀ ਦਾ ਕੰਮ ਸ਼ੁਰੂ ਕਰਨ ਦੀ ਗੱਲ ਆ, ਫੁੱਲਾਂ ਦੀ ਨਰਸਰੀ, ਔਰ ਇਹ ਆਪਣੀ ਧਰਮ ਦੀ ਕਿਰਤ ਵਿਰਤ ਕਰਦੇ ਆ, ਜਿਹੜੇ ਗੁਰੂ ਨਾਨਕ ਸਾਹਿਬ ਦੇ ਅਸੂਲ ਆ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਇਹਨਾਂ ਨੇ ਕੋਸ਼ਿਸ਼ ਕੀਤੀ ਆ ਕਿ ਉਹਨਾਂ ਅਸੂਲਾਂ 'ਤੇ ਚੱਲਿਆ ਜਾਵੇ। ਇਹੀ ਗੁਰਸਿੱਖ ਦੇ ਵਾਸਤੇ ਵੱਡੀ ਗੱਲ ਆ ਕਿ ਆਪਣੀ ਕਿਰਤਕਾਰ ਕਰਦਿਆਂ ਹੋਇਆਂ ਇਹ ਜੋ ਗੁਰੂ ਸਾਹਿਬ ਜੀ ਦਾ ਦਿੱਤਾ ਹੋਇਆ ਸਾਨੂੰ ਹੁਕਮ ਆ, ਜਦੋਂ ਅੱਜ ਦੇ ਪਦਾਰਥਵਾਦੀ ਯੁੱਗ 'ਚ ਸਾਡੇ ਕੋਲ ਤਾਂ ਆਪਣੇ ਪਰਿਵਾਰ ਦੇ ਵਿੱਚ ਬਹਿਣ ਦਾ ਸਮਾਂ ਨਹੀਂ ਹੈਗਾ, ਕੋਈ ਬੱਚਿਆਂ ਦੇ ਕੋਲ ਨਹੀਂ ਲੋਕ ਬਹਿੰਦੇ, ਬੰਦੇ ਦੇ ਕੋਲ ਇੰਨਾ ਸਮਾਂ ਨਹੀਂ ਕਿ ਬਹਿ ਕੇ ਪ੍ਰਸ਼ਾਦਾ ਛਕ ਲੇ। ਇਸੇ ਕਰਕੇ ਬੰਦੇ ਨੇ ਫਾਸਟ ਫੂਡ ਇਜਾਦ ਕੀਤਾ ਵੀ ਤੁਰੇ ਜਾਂਦਿਆਂ ਖਾ ਲਈਏ। ਇਹੋ ਜਿਹੇ ਭੱਜ ਦੌੜ ਦੇ ਸਮੇਂ ਦੇ ਵਿੱਚ ਇਹ ਸਮਾਂ ਦੇਣਾ ਕਿ ਮਹਾਰਾਜ ਜੀ ਦਾ ਸਰੂਪ ਆਪਣੇ ਹੱਥਾਂ ਦੇ ਨਾਲ ਲਿਖਿਆ ਜਾਵੇ, ਔਰ ਸੋਨੇ ਦੀ ਸਿਆਹੀ ਜੋ ਇਹਨਾਂ ਵੱਲੋਂ ਦੱਸਿਆ ਗਿਆ, ਇਹ ਬਹੁਤ ਇੱਕ ਵੱਡੀ ਸੇਵਾ ਹੈਗੀ ਆ। ਤੋ ਵੀਰ ਜੀ, ਕਿੰਨੇ ਅੰਗ ਤੱਕ ਹੁਣ ਆਪਾਂ ਮਹਾਰਾਜ ਜੀ ਦੇ ਕਿੰਨੇ ਅੰਗ ਲਿਖ ਲਏ ਆ? ਆਪ ਜੀ ਸੰਗਤ ਨੇ ਦਰਸ਼ਨ ਕੀਤੇ ਹੀ ਹੈ ਵੀ 300 ਅੰਗ ਹੋ ਚੁੱਕੇ ਨੇ। ਉਹਦੀਆਂ ਕੁਛ ਕੁ 4 ਪੰਕਤੀਆਂ ਜਿਹੜੀਆਂ ਨੇ ਉਹ ਰਹਿੰਦੀਆਂ ਨੇ, ਸੰਪੂਰਨ ਹੋ ਜਾਣੀਆਂ ਅੱਜ, ਅਤੇ ਉਸ ਤੋਂ ਉਪਰੰਤ ਅਗਲੇ ਅੰਗ ਸ਼ੁਰੂ ਹੋਣਗੇ ਜੀ। ਭਾਈ ਸਾਹਿਬ, ਜਿੱਦਾਂ ਮੈਨੂੰ ਤੁਹਾਡੇ ਬਾਰੇ ਪਤਾ ਲੱਗਾ ਪਿੰਡ 'ਚੋਂ ਜਾਂ ਨਗਰ 'ਚੋਂ ਕਿ ਤੁਸੀਂ ਪਹਿਲਾਂ ਉਹ ਸ਼੍ਰੇਣੀ ਨੂੰ ਬਿਲੋਂਗ ਕਰਦੇ ਹੋ ਜਿਨ੍ਹਾਂ ਨੂੰ ਮਨੂ ਸਿਮਰਤੀ ਦੇ ਵਿੱਚ ਸ਼ੂਦਰ ਕਿਹਾ ਗਿਆ। ਮਤਲਬ ਵੈਸੇ ਗੁਰਮਤਿ ਦੇ ਵਿੱਚ ਤਾਂ ਇਹ ਹੋਏਗਾ ਕਿ ਜਾਣੋ ਜੋਤ ਨਾ ਪੁੱਛੋ ਜਾਤੀ, ਆਗੇ ਜਾਤ ਨਾ ਹੈ। ਤੁਸੀਂ ਜਿਹੜੀ ਸ਼੍ਰੇਣੀ 'ਚੋਂ ਆਏ ਜਿਨ੍ਹਾਂ ਨੂੰ ਸ਼ੂਦਰ ਤੱਕ ਕਿਹਾ, ਗੁਰਮਤਿ 'ਚ ਭਾਵੇਂ ਨਹੀਂ ਹੈਗਾ, ਅੱਜ ਜਦੋਂ ਇੱਕ ਪਾਸੇ ਕਿਸੇ ਨੂੰ ਸ਼ੂਦਰ ਕਿਹਾ ਜਾਂਦਾ, ਦੂਜੇ ਪਾਸੇ ਤੁਸੀਂ ਅੱਜ ਗੁਰਸਿੱਖ ਹੋ, ਫਿਰ ਇਹ ਵੱਡੀ ਸੇਵਾ ਕਰ ਰਹੇ ਹੋ ਮਹਾਰਾਜ ਦੇ ਸਰੂਪ ਹੱਥਾਂ ਦੇ ਨਾਲ ਲਿਖਣ ਦੀ, ਅਤੇ ਉਦੋਂ ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਆਪਣੇ ਆਪ ਦੇ ਵਿੱਚ? ਅੱਜ ਜਦੋਂ ਤੁਹਾਨੂੰ ਕੋਈ ਮਿਲਦਾ, ਹੱਥ ਜੋੜ ਕੇ ਫਤਿਹ ਬੁਲਾਉਂਦਾ, ਸਰਦਾਰ ਜੀ ਕਹਿੰਦਾ, ਔਰ ਮੈਨੂੰ ਪਤਾ ਵਾ ਕਿ ਤੁਹਾਡਾ ਬਹੁਤ ਸਤਿਕਾਰ ਆ, ਤੁਸੀਂ ਬਹੁਤਿਆਂ ਨੂੰ ਜਾਣਦੇ ਵੀ ਨਹੀਂ ਹੋਵੋਗੇ, ਉਹ ਵੀ ਤੁਹਾਨੂੰ ਜਾਣਦੇ ਆ ਗੁਰਬਾਣੀ ਕਰਕੇ, ਅਤੇ ਉਦੋਂ ਫਿਰ ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਵੀ ਇੱਕ ਪਾਸੇ ਉਹ ਵੀ ਸਮਾਂ ਵਾ ਵੀ ਜਦੋਂ ਆਪਾਂ ਨੂੰ ਸ਼ੂਦਰ ਕਿਹਾ ਗਿਆ, ਇੱਕ ਪਾਸੇ ਅੱਜ ਸਾਨੂੰ ਸਾਰੇ ਬਰਾਬਰ 'ਤੇ ਫਤਿਹ ਆਣ ਕੇ ਬੁਲਾਉਂਦੇ, ਇੱਜ਼ਤ ਕਰਦੇ, ਅਤੇ ਉਦੋਂ ਫਿਰ ਤੁਹਾਨੂੰ ਕਿਵੇਂ ਦਾ ਮਹਿਸੂਸ ਹੁੰਦਾ? ਸੰਗਤ ਜੀ, ਜਿਹੜੇ ਹੱਥਾਂ ਨੇ ਗਲੀਆਂ ਦੇ ਵਿੱਚੋਂ ਕੂੜਾ ਚੱਕਣਾ ਸੀ, ਲੋਕਾਂ ਦੀ ਗੰਦਗੀ ਚੱਕਣੀ ਸੀ, ਇੱਕ ਸ਼ੂਦਰ ਪਰਿਵਾਰ ਦੇ ਵਿੱਚ ਪੈਦਾ ਹੋਣ ਦੇ ਕਰਕੇ ਸਾਡਾ ਜਿਹੜਾ ਜੱਦੀ ਪੁਸ਼ਤੀ ਕੰਮ ਸਾਫ ਸਫਾਈ ਦਾ ਕੰਮ ਹੈ, ਅਤੇ ਧੰਨ ਗੁਰੂ ਕਲਗੀਧਰ ਪਿਤਾ ਨੇ ਐਡੀ ਵੱਡੀ ਰਹਿਮਤ ਕੀਤੀ ਵੀ ਉਹ ਆਪਣੇ ਅੰਗ ਚੁਕਾ ਰਹੇ ਨੇ। ਆਪ ਜਿਹੜੀ ਬਾਬਾ ਦੀਪ ਸਿੰਘ ਜੀ ਵਰਗਿਆਂ ਨੇ, ਬਾਬਾ ਭਾਈ ਮਨੀ ਸਿੰਘ ਵਰਗਿਆਂ ਨੇ ਕਲਮ ਚੱਕੀ ਸੀ, ਉਹ ਕਲਮ ਚੁਕਾ ਰਹੇ ਨੇ। ਇਦੋਂ ਵੱਡੀ ਵਡਿਆਈ ਜੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਮੈਨੂੰ ਇਹ ਮਾਣ ਮਿਲ ਰਿਹਾ ਹੈ, ਅਤੇ ਸੰਗਤ ਨੇ ਵੀ ਬਹੁਤ ਮਾਣ ਦਿੱਤਾ ਹੈ ਭਾਈ ਸਾਹਿਬ ਜੀ, ਇਹ ਨਹੀਂ ਗੱਲ, ਬਹੁਤ ਜ਼ਿਆਦਾ ਮਾਣ ਦਿੱਤਾ ਹੈ। ਪਰ ਸਤਿਗੁਰੂ ਕਹਿੰਦੇ ਨੇ ਇਹ ਮੇਰੇ ਸੱਚ ਪਿੱਛੋਂ ਮੇਰੇ ਵਾਸਤੇ ਮਾਣ ਸਤਿਕਾਰ ਸਿਰਫ ਗੁਰੂ ਦੀ ਵਡਿਆਈ ਹੈ, ਵੀ ਇਹ ਮਾਣ ਸਤਿਕਾਰ ਗੁਰੂ ਸਾਹਿਬ ਤੋਂ ਪਾਸੇ ਨਾ ਕਰ ਦੇਵੇ। ਇਸ ਕਰਕੇ ਮੈਂ ਅਰਦਾਸ ਨਿਤਾ ਪ੍ਰਤੀ ਕਰਦਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਕਿਤੇ ਅੰਤਲੇ ਸਮੇਂ ਹੰਕਾਰ ਆ ਕੇ ਨਾ ਪਕੜ ਲਵੇ। ਅਤੇ ਇਹ ਬਹੁਤ ਕਿਰਪਾ ਹੈ ਸਤਿਗੁਰੂ ਦੀ, ਜਿਹੜਾ ਇੱਕ ਤੁੱਛ ਕਹਿੰਦੇ ਗੰਦਗੀ ਦਾ ਕੀੜਾ ਕਹਿਣਾ ਵੀ ਬਹੁਤ ਵੱਡੀ ਗੱਲ ਹੋਵੇਗੀ, ਮੈਂ ਉਸ ਤੋਂ ਵੀ ਨੀਚ ਜਿਹੜਾ ਹੈ ਇੱਕ ਇਨਸਾਨ ਨੂੰ ਇੱਕ ਐਡੀ ਵੱਡੀ ਸੇਵਾ ਦੇਣਾ, ਇਹ ਸਤਿਗੁਰੂ ਦੀ ਵਡਿਆਈ ਹੈ। ਇਹ ਗੁਰੂ ਨਾਨਕ ਦੇ ਘਰੋਂ, ਗੁਰੂ ਨਾਨਕ ਦੇ ਘਰ ਤੋਂ ਬਿਨਾਂ, ਗੁਰੂ ਕਲਗੀਧਰ ਦੇ ਘਰ ਤੋਂ ਬਿਨਾਂ ਇਹ ਵਡਿਆਈ ਕਿਤੇ ਹੋਰ ਮਿਲ ਨਹੀਂ ਸਕਦੀ। ਗੁਰੂ ਰੂਪ ਸੰਗਤ ਦੀ ਜਿਵੇਂ ਆਪਾਂ ਭਾਈ ਸਾਹਿਬ ਦੇ ਪਾਸੋਂ ਸੁਣਿਆ ਕਿ ਇਹ ਵਡਿਆਈ ਜਿਹੜੀ ਆ ਇਹ ਗੁਰੂ ਦੀ ਦਿੱਤੀ ਹੋਈ ਆ। ਦੇਖੋ, ਜੋ ਸੱਚੇ ਪਾਤਸ਼ਾਹ ਨੇ ਸਾਡੇ 'ਤੇ ਰਹਿਮਤਾਂ ਕੀਤੀਆਂ, ਬਖਸ਼ਿਸ਼ਾਂ ਕੀਤੀਆਂ, ਔਰ ਵੱਡੀ ਗੱਲ ਕਿ ਜਿਹੜੇ ਸਾਡੇ ਵੀਰ ਜਨਮ ਤੋਂ ਹੀ ਸਿੱਖ ਆ ਅਤੇ ਸਿੱਖ ਹੋ ਕੇ ਫਿਰ ਵੀ ਸਿੱਖੀ ਨੂੰ ਅਪਣਾਉਂਦੇ ਨਹੀਂ, ਜਾਂ ਸਿੱਖੀ ਤੋਂ ਦੂਰ ਚਲੇ ਜਾਂਦੇ ਆ, ਜਾਂ ਕਈ ਦੇਹਧਾਰੀ ਗੁਰੂ ਡੰਮ ਦੇ ਮਗਰ ਤੁਰੇ ਫਿਰਦੇ ਆ, ਹਾਜ਼ਰਾ ਹਜ਼ੂਰ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ। ਉਹਨਾਂ ਦੇ ਵਾਸਤੇ ਭਾਈ ਮਨਕੀਰਤ ਸਿੰਘ ਦਾ ਜੀਵਨ ਇੱਕ ਮਿਸਾਲ ਆ ਕਿ ਵੇਖੋ, ਜੇ ਆਪਾਂ ਗੁਰੂ ਦੇ ਹੋ ਗਏ ਨਾ, ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਜੇ ਆਪਾਂ ਗੁਰੂ ਨਾਨਕ ਨੂੰ ਪੂਜ ਲਾਂਗੇ, ਜੇ ਆਪਾਂ ਗੁਰੂ ਨਾਨਕ ਨੂੰ ਮੰਨ ਲਾਂਗੇ,
ਜੇ ਅਸੀਂ ਗੁਰੂ ਦਾ ਅਦਬ ਗੁਰੂ ਦਾ ਸਤਿਕਾਰ ਕਰਾਂਗੇ ਤਾਂ ਸਾਡਾ ਵੀ ਅਦਬ ਅਤੇ ਸਤਿਕਾਰ ਹੋਣਾ ਹੈਗਾ। ਉਹ ਸੱਚੇ ਪਾਤਸ਼ਾਹ ਦੀ ਰਹਿਮਤ, ਉਹ ਸੱਚੇ ਪਾਤਸ਼ਾਹ ਦੀ ਕਿਰਪਾ ਜਿਹੜੀ ਆ ਉਹ ਸਾਰਿਆਂ ਦੇ ਉੱਤੇ ਹੋਣੀ। ਸੋ ਲੋੜ ਆ ਕਿ ਭਾਈ ਮਨਕੀਰਤ ਸਿੰਘ ਵਰਗਿਆਂ ਦੇ ਜੀਵਨ ਤੋਂ ਸੇਧ ਲੈ ਕੇ ਆਪਾਂ ਗੁਰੂ ਸਾਹਿਬ ਦੇ ਦਿੱਤੇ ਹੋਏ ਅਸੂਲਾਂ 'ਤੇ ਚੱਲੀਏ। ਸਿੱਖ ਹੋਣ 'ਤੇ ਸਾਨੂੰ ਪ੍ਰਾਊਡ ਹੋਵੇ, ਸਾਨੂੰ ਮਾਣ ਹੋਵੇ ਕਿ ਇਹ ਗੁਰੂ ਸੱਚੇ ਪਾਤਸ਼ਾਹ ਦੀ ਰਹਿਮਤ ਆ ਕਿ ਸਾਨੂੰ ਗੁਰੂ ਸਾਹਿਬ ਨੇ ਸਿੱਖ ਬਣਾਇਆ ਔਰ ਦੁਨੀਆ ਸਾਨੂੰ ਸਰਦਾਰ ਜੀ ਆਖਦੀ ਆ। ਵੀਰ ਜੀ, ਜਦੋਂ ਤੁਸੀਂ ਹੁਣ ਮਹਾਰਾਜ ਦਾ ਸਰੂਪ ਲਿਖਦੇ ਹੋ ਅਤੇ ਉਹਦੇ ਲਈ ਸਿਆਹੀ ਦੀ ਲੋੜ ਆ, ਇਹ ਸਿਆਹੀ ਤੁਸੀਂ ਕਿਵੇਂ ਤਿਆਰ ਕਰਦੇ ਹੋ? ਭਾਈ ਸਾਹਿਬ ਜੀ, ਇਹਦੇ ਵਿੱਚ ਕਾਫੀ ਚੀਜ਼ਾਂ ਪੈਂਦੀਆਂ ਨੇ। ਸੋਨਾ ਹੋ ਗਿਆ, ਅਤੇ ਇਹਦੀ ਵਿਧੀ ਇਸ ਤਰ੍ਹਾਂ ਹੁੰਦੀ ਹੈ। ਇੱਕ ਦੋ ਸਿਰਸ਼ਾਹੀ ਬੋਲ, ਦੋ ਸਿਰਸ਼ਾਹੀ ਗੂੰਦ ਕਿੱਕਰ का, फिर विजय सार का पानी, एक रत्ती सोना, एक रत्ती लाजवर्द, तांबे का भांडा, निम की लकड़ी, दीवे का फुੱਲ। ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਫਿਰ ਸ਼ਾਹੀ ਬਣਦੀ ਹੈ। ਵਿਜੇ ਸਾਰ ਦੇ ਪਾਣੀ ਦਾ ਵਿੱਚ ਪਾਇਆ ਜਾਂਦਾ ਹੈ। ਬੋਲ ਹੁੰਦਾ ਜਿਹੜਾ ਗੂੰਦ ਹੁੰਦਾ ਜੀ, ਉਹ ਬੰਨਣ ਵਾਸਤੇ ਵਰਤਦੇ ਨੇ ਆਯੁਰਵੇਦ ਦੇ ਵਿੱਚ। ਕਿੱਕਰ ਦਾ ਗੂੰਦ ਆਪ ਜੀ ਸਾਰੇ ਜਾਣਦੇ ਹੋ। ਦੂਰ ਕਾ ਕੱਜਲ, ਸੁਰਮੇ ਵਾਲਾ, ਬੱਟੀ ਵਾਲਾ ਸੁਰਮਾ। ਇੱਕ ਦੀਵੇ ਕਾ ਫੁੱਲ, ਜਿਹੜਾ ਪਹਿਲਾਂ ਬੀਬੀਆਂ ਆਪਣੇ ਦੀਵਾ ਲਾ ਕੇ ਉੱਪਰ ਬਾਟਾ ਲਾ ਕੇ ਅਤੇ ਉਹਦੇ ਲੋਕ ਇਕੱਠੀ ਕਰ ਲੈਂਦੀਆਂ ਹੁੰਦੀਆਂ ਸੀ, ਸੁਰਮਾ ਬਣਾਉਂਦੀਆਂ ਹੁੰਦੀਆਂ ਸੀ, ਉਹ ਦੀਵੇ ਕਾ ਫੁੱਲ। ਇਹ ਸਾਰੀਆਂ ਚੀਜ਼ਾਂ ਵਿੱਚ ਪਾ ਕੇ ਵਿੱਚ ਸੋਨਾ, ਸੋਟੇ ਦੇ ਵਿੱਚ ਸੋਨਾ ਲੱਗ ਜਾਂਦਾ, ਉਹਦੀ ਮੇਖ ਜੀ ਤਰ੍ਹਾਂ ਉਹ ਹੁੰਦੀ ਹੈ, ਵਿੱਚ ਸੋਟੇ ਦੇ ਵਿੱਚ ਲਾ ਕੇ ਲੱਗ ਜਾਂਦਾ। ਅਤੇ ਉਹਨੂੰ ਜਿੰਨੇ 20 ਦਿਨ ਘਸਾਉਣਾ ਪੈਂਦਾ, ਉਹ 20 ਦਿਨ ਘਸਾਉਂਦੇ ਨਾਲੇ ਉਹ ਨਿੰਮ ਦਾ ਸੋਟਾ ਉਹਨਾਂ ਘਸ ਜਾਂਦਾ ਅਤੇ ਨਾਲੇ ਹੀ ਉਹ ਸੋਨਾ ਘਸ ਜਾਂਦਾ ਵਿੱਚ। ਇਹ ਦੋਨੇ ਚੀਜ਼ਾਂ ਮਿਕਸ ਹੋ ਕੇ ਨਿੰਮ ਘਸਣ ਦੇ ਕਰਕੇ ਇਹਨੂੰ ਘੁਣ ਨਹੀਂ ਲੱਗਦੀ। ਪੁਰਾਤਨ ਸ਼ਾਹੀ ਦਾ ਢੰਗ ਬਣਾਉਣ ਦਾ ਕਾਰਨ ਇਹੀ ਸੀ ਵੀ ਇਹਨੂੰ ਘੁਣ ਨਾ ਲੱਗੇ, ਕਿਉਂਕਿ ਪੇਪਰਾਂ ਨੂੰ, ਪੁਰਾਣੇ ਕਾਗਜ਼ਾਂ ਨੂੰ ਘੁਣ ਲੱਗ ਜਾਂਦੀ ਹੈ। ਨਿੰਮ ਹੋਣ ਕਰਕੇ ਇਹਨੂੰ ਘੁਣ ਨਹੀਂ ਲੱਗਦੀ। ਸੋਨਾ ਹੋਣ ਕਰਕੇ ਕਾਗਜ਼ ਮੱਧਮ ਨਹੀਂ ਪੈਂਦਾ, ਕਮਜ਼ੋਰ ਨਹੀਂ ਹੁੰਦਾ। ਅਤੇ ਕਾਲੀ ਸ਼ਾਹੀ ਵਿੱਚ ਹੋਣ ਕਰਕੇ ਉਹ ਫਿਰ ਕਾਲੀ ਸ਼ਾਹੀ ਹੋਣ ਕਰਕੇ ਜਿਹੜਾ ਅੱਖਰਾਂ ਦਾ ਉਭਾਰ ਵੱਧ ਆਉਂਦਾ ਹੈ। ਜਿਹੜਾ ਸਿੱਖ ਪੜ੍ਹਨ ਵਾਲਾ ਹੈ, ਜਿਹੜਾ ਗੁਰਸਿੱਖ ਬਾਣੀ ਪੜ੍ਹ ਰਿਹਾ, ਉਹਦੀ ਨਿਗਾਹ ਦੇ ਉੱਤੇ ਬਾਹਲਾ ਅਟਰੈਕਟ ਨਹੀਂ ਪੈਂਦਾ, ਉਹਦਾ ਬਾਹਲਾ ਜ਼ੋਰ ਨਹੀਂ ਪੈਂਦਾ। ਆਮ ਜਿਹੜੀ ਅੱਜ ਦੀ ਸਿਆਹੀ ਜਿਹੜੀ ਆਪਾਂ ਪੈਂਟਿੰਗ ਪ੍ਰੈਸਾਂ ਵਾਲੀ ਸਿਆਹੀ ਹੁੰਦੀ ਹੈ, ਉਹ ਅੱਖਰ ਉੱਭਰਦੇ ਨਹੀਂ, ਬਹੁਤ ਘੱਟ ਉੱਭਰਦੇ ਨੇ। ਮਤਲਬ ਸਾਨੂੰ ਐਨਕਾਂ ਲਾ ਕੇ ਰੱਖਣੀਆਂ ਪੈਂਦੀਆਂ। ਤਾਂ ਕਰਕੇ ਵੀ ਇਹ ਵੀ ਬਹੁਤ ਜ਼ਿਆਦਾ ਵਧੀਆ ਕਾਰਨ ਹੈ ਵੀ ਆਪਾਂ ਨੂੰ ਜਿਹੜੇ ਲਿਖੇ ਹੋਏ ਅੱਖਰ ਨੇ ਉੱਭਰਦੇ ਨੇ। ਅਸੀਂ ਕਿਉਂਕਿ ਪਹਿਲਾਂ ਦੀਵੇ ਬਾਲਦੇ ਹੁੰਦੇ ਸੀ, ਲਾਈਟ ਨਹੀਂ ਹੁੰਦੀ ਸੀ, ਉਹ ਘੱਟ ਲਾਈਟ ਦੇ ਵਿੱਚ ਵੀ ਇਹ ਉੱਭਰਦੇ ਨੇ ਅੱਖਰ। ਇਹ ਸੱਚੇ ਪਾਤਸ਼ਾਹ ਨੇ ਐਡੀ ਵੱਡੀ ਕਿਰਪਾ ਕੀਤੀ ਹੋਈ ਹੈ। ਚਲੋ ਸਾਡਾ ਦੁਖਾਂਤ ਹੈ ਵੀ ਅਸੀਂ ਪੁਰਾਤਨਤਾ ਨੂੰ ਛੱਡ ਕੇ ਨਵੇਂ ਵਾਲੇ ਪਾਸੇ ਆ ਗਏ ਹਾਂ। ਬੇਨਤੀ ਇਹੀ ਹੈ ਵੀ ਸੱਚੇ ਪਾਤਸ਼ਾਹ ਕਿਰਪਾ ਕਰਨ। ਜਿਹੜੇ ਵੀ ਗੁਰਸਿੱਖ ਵੀਰ ਨੇ ਜੋ ਸੇਵਾ ਕਰਦੇ ਨੇ, ਬਾਣੀ ਪੜ੍ਹਦੇ ਨੇ, ਕੋਸ਼ਿਸ਼ ਕਰਿਆ ਕਰੋ ਵੀ ਸਾਡਾ ਪਹਿਲਾ ਰਿਵਾਜ਼ ਸੀ ਜਾਂ ਸਾਡੀ ਮਰਿਆਦਾ ਸੀ ਵੀ ਜਿਹੜੇ ਗੁਰਸਿੱਖ ਨੇ ਗੁਰਸਿੱਖ ਦੇ ਘਰੇ ਜਾਣਾ, ਉਹਨੇ ਆਪਣੇ ਹੱਥ ਨਾਲ ਗੁਰਬਾਣੀ ਦਾ ਸ਼ਬਦ, ਗੁਰਬਾਣੀ ਦੀ ਪੋਥੀ ਇੱਕ ਦੂਜੇ ਨੂੰ ਭੇਟ ਕਰਨਾ। ਅੱਜ ਦੇ ਸਮੇਂ ਅਸੀਂ ਗਿਫਟਾਂ ਦੇ ਪਿੱਛੇ ਹੋ ਗਏ ਹਾਂ, ਹੋਰ ਚੀਜ਼ਾਂ ਦੇ ਪਿੱਛੇ ਹੋ ਗਏ ਹਾਂ, ਪਰ ਜਿਹੜਾ ਪਹਿਲਾ ਸਮਾਂ ਸੀ ਉਹ ਸਾਡਾ ਗੁਰਬਾਣੀ ਦਾ ਆਦਾਨ ਪ੍ਰਦਾਨ ਸੀ। ਵੀਰ ਜੀ, ਜਿਹੜੇ ਮਤਲਬ ਕਾਗਜ਼ ਦੇ ਉੱਤੇ ਗੁਰਬਾਣੀ ਲਿਖੀ ਜਾਂਦੀ ਅਤੇ ਉਹ ਫਿਰ ਅੰਗ ਹੋ ਜਾਂਦਾ, ਇਹ ਕਾਗਜ਼ ਵੀ ਕੋਈ ਵਿਸ਼ੇਸ਼ ਹੁੰਦਾ? ਹਾਂਜੀ, ਇਹ ਕਾਗਜ਼ ਜਿਹੜਾ ਇਹ ਕਾਗਜ਼ ਹੈਂਡਮੇਡ ਪੇਪਰ ਹੈ ਜੀ। ਇਹ ਆਪਣੇ ਹੱਥ ਨਾਲ ਤਿਆਰ ਹੋਇਆ। ਇਹ ਰੇਸ਼ਿਆਂ ਤੋਂ ਤਿਆਰ ਹੁੰਦਾ, ਲੱਕੜੀ ਦੇ ਰੇਸ਼ਿਆਂ ਤੋਂ। ਉਹਨੂੰ ਫੇਬਰ ਕੁਛ ਬੋਲਦੇ ਨੇ ਇੱਦਾਂ। ਉਹਨੂੰ ਫਿਰ 8-10 ਦਿਨ 15 ਦਿਨ ਚੂਨੇ ਦੇ ਪਾਣੀ ਦੇ ਵਿੱਚ ਭਿਉਂ ਕੇ ਰੱਖਦੇ ਨੇ। ਫਿਰ ਉਹਨੂੰ ਗ੍ਰਾਇੰਡ ਕਰਦੇ ਨੇ। ਗ੍ਰਾਇੰਡ ਕਰਕੇ ਪਾਣੀ ਦੇ ਵਿੱਚੋਂ ਛਾਣ ਕੇ, ਉਸੇ ਤਰ੍ਹਾਂ ਛਾਨਣੀ ਜੀ ਹੁੰਦੀ ਹੈ, ਛਾਨਣੀ ਦੇ ਵਿੱਚੋਂ ਛਾਣ ਕੇ ਉਹਨੂੰ ਕੱਪੜੇ ਦੇ ਉੱਤੇ ਪਾ ਦਿੱਤਾ ਜਾਂਦਾ। ਉਹਨੂੰ ਫਿਰ ਪ੍ਰੈਸ਼ ਕਰਕੇ ਉਹਦੇ ਵਿੱਚੋਂ ਪਾਣੀ ਕੱਢਿਆ ਜਾਂਦਾ। ਕਾਫੀ ਸਾਰੇ ਹੁੰਦੇ ਨੇ, 350, 400, ਜਿਨ੍ਹਾਂ ਦੀ ਥਈ ਜੀ ਵਾਹਵਾ ਬਣ ਜਾਵੇ। ਫਿਰ ਉਹਨਾਂ ਨੂੰ ਨਿਚੋੜ ਕੇ ਪਾਣੀ ਕੱਢ ਕੇ ਉਹਨਾਂ ਨੂੰ ਇਕੱਲੇ ਨੇ ਚੱਕ ਕੇ ਕੰਧ ਨਾਲ ਚਿਪਕਾ ਦਿੱਤਾ ਜਾਂਦਾ ਵੀ ਕੰਧ ਸਾਰਾ ਪਾਣੀ ਸੋਖ ਲਵੇ। ਉਸ ਤੋਂ ਬਾਅਦ ਇਹਨੂੰ ਧੁੱਪ ਦੇ ਵਿੱਚ ਬਿਲਕੁਲ ਸੁਕਾਇਆ ਜਾਂਦਾ। ਫਿਰ ਇਹ ਪੇਪਰ ਤਿਆਰ ਹੁੰਦਾ। ਫਿਰ ਉੱਤੇ ਇਹਦੇ ਵੱਟਾਂ ਮਾਰਦੇ ਨੇ, ਜਿਵੇਂ ਮੈਦਾ ਵਗੈਰਾ ਕੁਛ ਲਾ ਕੇ, ਵੀ ਇਹ ਵਧੀਆ ਸੋਹਣਾ ਲੱਗੇ, ਚਮਕ ਵਾਲਾ ਲੱਗੇ। ਇਸ ਤਰ੍ਹਾਂ ਤਿਆਰ ਹੁੰਦੇ ਨੇ ਜੀ। ਵੀਰ, ਜਦੋਂ ਹੁਣ ਗੁਰਬਾਣੀ ਆਪਾਂ ਲਿਖਦੇ ਹਾਂ ਅਤੇ ਗੁਰਬਾਣੀ ਦੇ ਵਿੱਚ ਲਗਾ ਮਾਤਰਾ ਵੀ ਹੁੰਦੀਆਂ। ਜਦੋਂ ਤੁਸੀਂ ਮਹਾਰਾਜ ਜੀ ਦੇ ਸ਼ਬਦ ਲਿਖਦੇ ਹੋ ਅਤੇ ਉਸ ਵੇਲੇ ਗਲਤੀ ਵੀ ਕਦੀ ਹੋ ਜਾਂਦੀ ਹੋਊਗੀ? ਤਕਰੀਬਨ ਸਤਿਗੁਰੂ ਦੇ ਸੱਚੇ ਪਾਤਸ਼ਾਹ ਦੀ ਰਹਿਮਤ ਸਦਕਾ ਹਾਲੇ ਤੱਕ ਤਾਂ ਨਹੀਂ ਹੋਈ। ਪਰ ਜੇ ਉਹ ਹੋ ਵੀ ਜਾਂਦੀ ਹੈ ਤਾਂ ਸਾਡੀ ਇੱਕ ਮਰਿਆਦਾ ਹੁੰਦੀ ਛੇਦਣ ਦੀ। ਉਹਨੂੰ ਆਪਾਂ ਛੇਦ ਕੇ ਅਤੇ ਆਪਾਂ ਪਾਸੇ ਲਿਖ ਸਕਦੇ ਹਾਂ। ਪਰ ਮੈਂ ਹੁਣ ਹੋਰ ਉਹਦਾ ਢੰਗ ਹੋਰ ਬਣਾਇਆ ਹੈ ਵੀ ਉਹਨੂੰ ਆਪਾਂ ਵੱਖਰਾ ਪਾਸੇ ਨਾ ਲਿਖੀਏ। ਵੀ ਜੇ ਕਿਤੇ ਗਲਤੀ ਹੁੰਦੀ ਵੀ ਹੈ ਤਾਂ ਉਹਨੂੰ ਛੇਦ ਕੇ ਸੋਨੇ ਦੇ ਨਾਲ ਛੇਦਾਂਗੇ। ਸੋਨਾ ਉੱਪਰ ਲੱਗ ਜਾਏਗਾ, ਛੇਦਿਆ ਜਾਵੇਗਾ
ਅਤੇ ਉੱਤੇ ਆਪਾਂ ਕਾਲੇ ਅੱਖਰ ਨਾਲ ਲਿਖ ਦੇਵਾਂਗੇ। ਉਹ ਮੈਂ ਇਸ ਤਰ੍ਹਾਂ ਦਾ ਤਰੀਕਾ ਬਣਾਇਆ, ਉਹ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਵੀ ਅੱਗੇ ਵੀ। ਬਾਕੀ ਇਉਂ ਹੁੰਦਾ ਵੀ ਭੁੱਲਣ ਅੰਦਰ ਸਭ ਕੋਈ ਭੁੱਲ ਗੁਰੂ ਕਰਤਾਰ, ਵੀ ਗਲਤੀ ਹੋ ਸਕਦੀ ਹੈ, ਸੱਚੇ ਪਾਤਸ਼ਾਹ ਕਿਰਪਾ ਕਰਨ, ਅੱਗੇ ਰਾਹ ਵੀ ਉਹੀ ਪਾਉਣਗੇ ਜੀ। ਜਦੋਂ ਤੁਸੀਂ ਹੁਣ ਮਹਾਰਾਜ ਜੀ ਦੇ ਸ਼ਬਦ ਲਿਖ ਰਹੇ ਹੋ ਅਤੇ ਕਿਸੇ ਨੇ ਕੋਈ ਇਤਰਾਜ਼ ਵੀ ਕੀਤਾ, ਮਤਲਬ ਕਿ ਸਿੱਖ ਸੰਪਰਦਾ ਨੇ ਜਾਂ ਕਿਸੇ ਨੇ, ਜਾਂ ਤੁਹਾਨੂੰ ਐਪਰੀਸ਼ੀਏਟ ਕੀਤਾ ਵੀ ਮਤਲਬ ਤੁਹਾਡੇ 'ਤੇ ਵਿਸ਼ਵਾਸ ਕੀਤਾ ਵੀ ਤੁਸੀਂ ਵਧੀਆ ਕਰ ਰਹੇ ਹੋ, ਕਿਸੇ ਤਖਤ ਦੇ ਜਥੇਦਾਰ ਸਾਹਿਬ ਨੇ ਤੁਹਾਡੀ ਸ਼ਲਾਘਾ ਕੀਤੀ ਹੋਵੇ, ਤੁਹਾਨੂੰ ਆਣ ਕੇ ਮਿਲੇ ਹੋਣ, ਕੋਈ ਧਰਮ ਪ੍ਰਚਾਰ ਕਮੇਟੀ ਦੇ ਨੁਮਾਇੰਦੇ ਮਿਲੇ ਹੋਣ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਿਲੇ ਹੋਣ, ਜਾਂ ਜਿਹੜੀਆਂ ਆਪਣੀਆਂ ਸਿੱਖ ਸੰਪਰਦਾਵਾਂ ਹੈਗੀਆਂ ਉਹਨਾਂ ਨੇ ਤੁਹਾਡਾ ਮਾਣ ਤਾਣ ਕੀਤਾ ਹੋਵੇ, ਜਾਂ ਆਣ ਕੇ ਤੁਹਾਨੂੰ ਹੌਸਲਾ ਦਿੱਤਾ ਹੋਵੇ ਕਿ ਤੁਸੀਂ ਚੰਗਾ ਕੰਮ ਕਰ ਰਹੇ ਹੋ? ਨਾ ਤਾਂ ਕਿਸੇ ਨੇ ਵਿਰੋਧਤਾ ਕੀਤੀ ਅਤੇ ਨਾ ਕਿਸੇ ਨੇ ਸ਼ਲਾਘਾ ਕੀਤੀ ਅੱਜ ਤੱਕ। ਅਤੇ ਪਰ ਉਹ ਭਾਈ ਗੁਰਮੁਖ ਸਿੰਘ ਜੀ ਜਿਹੜੇ ਅਕਾਲ ਤਖਤ ਸਾਹਿਬ ਦੇ ਨੇ, ਸਾਬਕਾ ਜਥੇਦਾਰ ਨੇ ਸ਼ਾਇਦ, ਉਹਨਾਂ ਨੇ ਬਹੁਤ ਮਤਲਬ ਉਹਨਾਂ ਨੇ ਕਿਹਾ, ਉਹਨਾਂ ਦਾ ਇੱਕ ਦੋ ਵਾਰੀ ਫੋਨ ਵੀ ਆਇਆ, ਉੱਦਾਂ ਵੀ ਗੱਲ ਹੁੰਦੀ ਰਹਿੰਦੀ ਹੈ। ਉਹਨਾਂ ਨੇ ਬੜਾ ਮਤਲਬ ਸਹਿਯੋਗ ਵੀ ਦਿੱਤਾ, ਉਹਨਾਂ ਦਾ ਬੇਟਾ ਬਾਹਰ ਹੈ, ਉਹਨਾਂ ਨੇ ਚਲੋ ਅਤੇ ਸੇਵਾ ਵੀ ਕੁਛ ਸਤਿਗੁਰੂ ਦੇ ਅੰਗਾਂ ਦੇ ਵਿੱਚ ਭੇਜੀ, ਕਿਉਂਕਿ ਸਾਰਾ ਸੋਨੇ ਦਾ ਕਾਰਜ ਹੈ, ਕਾਫੀ ਖਰਚਾ 40-45 ਲੱਖ ਦਾ ਸਾਰਾ ਖਰਚਾ ਹੋਣਾ ਇਸ ਤਕਰੀਬਨ। ਸਾਰੇ ਉੱਪਰ ਜਿਹੜੀ ਜਲਤ ਲਾਉਣੀ ਹੈ ਉਹ ਵੀ ਮੇਰੀ ਕੋਸ਼ਿਸ਼ ਹੈ ਵੀ ਸੋਨੇ ਦੀ ਲਾਈ ਜਾਵੇ, ਕਿਉਂਕਿ ਸਤਿਗੁਰੂ ਜਿੰਨੀ ਵਡਿਆਈ, ਜਿੰਨੀ ਸੇਵਾ, ਜਿੰਨੀ ਕੁਰਬਾਨੀ ਜੋ ਵੀ ਹੈ ਆਪਾਂ ਸਤਿਗੁਰੂ ਵਾਸਤੇ ਕਰ ਦਈਏ ਉਹ ਘੱਟ ਹੀ ਹੈ। ਕਿਉਂਕਿ ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ, ਇਹ ਜਗਤ ਦੇ ਪਿਤਾ ਮਾਲਕ ਦੀ ਸੇਵਾ ਕਰਨ ਲੱਗੇ ਆ, ਇਹਦੇ ਵਾਸਤੇ ਬਹੁਤ ਸਾਰਾ ਕੁਛ ਲੱਗਣਾ। ਉਹਨਾਂ ਨੇ ਉਹ ਸੇਵਾ ਵੀ ਪਹੁੰਚਾਈ, ਆਪ ਵੀ ਮਤਲਬ ਉਹ ਬਹੁਤ ਉਹਨਾਂ ਨੇ ਸ਼ਲਾਘਾ ਕੀਤੀ। ਬਾਕੀ ਕੋਈ ਹੋਰ ਧਰਮ ਪ੍ਰਚਾਰਕ ਨਹੀਂ ਇੱਦਾਂ ਦਾ ਕੋਈ ਆਇਆ ਜਿਹੜੇ ਕੁਛ ਕਹਿੰਦੇ ਨੇ ਵੀ ਐਂ ਸਾਨੂੰ ਕਰਨਾ ਚਾਹੀਦਾ ਹੈ, ਉਹਨਾਂ ਹੀ ਕੋਈ ਵੀ ਨਹੀਂ ਆਇਆ। ਚਲੋ, ਇਹ ਸਨ ਭਾਈ ਸਾਹਿਬ ਭਾਈ ਮਨਕੀਰਤ ਸਿੰਘ ਜੀ, ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਸੀ, ਜਿਹੜਾ ਸੰਗਤ ਜੀ ਬਹੁਤ ਸੋਹਣਾ ਉਪਰਾਲਾ ਕਰ ਰਹੇ ਆ। ਦੇਖੋ ਅੱਜ ਦੇ ਪਦਾਰਥਵਾਦੀ ਯੁੱਗ 'ਚ ਕਹਿਣਾ ਸੌਖਾ, ਕਿਸੇ ਦੀ ਵੀ ਬੁਰਾਈ ਕਰਨੀ ਬੜੀ ਸੌਖੀ ਆ, ਪਰ ਇਹੋ ਜਿਹੇ ਕਾਰਜ ਕਰਨੇ ਬਹੁਤ ਜ਼ਿਆਦਾ ਔਖੇ ਹੈਗੇ ਆ, ਔਰ ਸਾਨੂੰ ਇਸ ਪਾਸੇ ਆਉਣਾ ਚਾਹੀਦਾ। ਗੁਰਬਾਣੀ ਦੀਆਂ ਪੋਥੀਆਂ ਲਿਖਣੀਆਂ ਵੀ, ਫਿਰ ਉਹਨਾਂ ਤੋਂ ਪਾਠ ਵੀ ਕਰਨਾ, ਲੜੀਵਾਰ ਸਰੂਪ ਜਿਵੇਂ ਮਹਾਰਾਜ ਜੀ ਦਾ ਲਿਖ ਰਹੇ ਆ, ਬਹੁਤ ਬੜੀ ਸ਼ਰਧਾ, ਬੜੀ ਭਾਵਨਾ ਦੇ ਨਾਲ, ਜਿਵੇਂ ਆਪਾਂ ਦੇਖਿਆ ਵਾ ਇਹਨਾਂ ਦੇ ਘਰ ਹੁਣੇ ਕਿ ਜਿੱਥੇ ਮਹਾਰਾਜ ਜੀ ਦੇ ਅੰਗ ਲਿਖ ਕੇ ਇਹਨਾਂ ਨੇ ਰੱਖੇ ਆ, ਉੱਪਰ ਚੰਦੋਆ ਸਾਹਿਬ ਆ, ਬਕਾਇਦਾ ਪ੍ਰਕਾਸ਼ ਜਿਵੇਂ ਆਪਾਂ ਕਰਦੇ ਹਾਂ ਸਿੰਘਾਸਨ ਦੇ ਉੱਤੇ ਮਹਾਰਾਜ ਦਾ, ਉੱਦਾਂ ਵਾ ਜਿੱਥੇ ਬੈਠ ਕੇ ਲਿਖਦੇ ਆ ਉੱਥੇ ਪੂਰੀ ਸਾਫ ਸਫਾਈ ਔਰ ਬੜੀ ਮਰਿਆਦਾ ਦੇ ਨਾਲ ਅਤੇ ਬਹੁਤ ਸ਼ਰਧਾ ਭਾਵਨਾ ਦੇ ਨਾਲ ਇਹਨਾਂ ਵੱਲੋਂ ਸਾਰੇ ਕਾਰਜ ਕੀਤੇ ਜਾ ਰਹੇ ਆ। ਅਸੀਂ ਗੁਰੂ ਕੀ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਜਦੋਂ ਵੀ ਤੁਸੀਂ ਬਠਿੰਡੇ ਵਾਲੇ ਪਾਸੇ ਆਓ ਤਾਂ ਇੱਧਰ ਪਿੰਡ ਭਗਤਾ ਭਾਈ ਕਾ ਪੈਂਦਾ ਹੈਗਾ, ਇਹ ਜੈਤੋ ਜਿੱਥੇ ਗੁਰਦੁਆਰਾ ਸ਼੍ਰੀ ਗੰਗਸਰ ਸਾਹਿਬ ਆ ਉਹਦੇ ਤੋਂ ਤਕਰੀਬਨ ਕੋਈ 10 ਕਿਲੋਮੀਟਰ ਆ, ਔਰ ਇੱਕ ਸਧਾਰਨ ਜਿਹਾ ਇਹਨਾਂ ਦਾ ਘਰ ਆ, ਸਧਾਰਨ ਜਿਹਾ ਇਹਨਾਂ ਦਾ ਪਰਿਵਾਰ ਆ। ਹਿੰਦੂ ਦੇ ਵਿੱਚੋਂ ਇਹ ਵੀਰ ਸਿੱਖ ਸੱਜੇ ਨੇ ਅਤੇ ਇਹ ਉਪਰਾਲਾ ਕਰ ਰਹੇ ਨੇ। ਤੁਸੀਂ ਜ਼ਰੂਰ ਇਹਨਾਂ ਨੂੰ ਮਿਲ ਕੇ ਜਾਓ, ਹੌਸਲਾ ਅਫਜ਼ਾਈ ਇਹਨਾਂ ਦੀ ਕਰੋ, ਔਰ ਦਰਸ਼ਨ ਵੀ ਕਰੋ ਵੀ ਕਿਵੇਂ ਮਹਾਰਾਜ ਦੇ ਅੰਗ ਲਿਖੇ ਜਾਂਦੇ ਨੇ। ਆਪਣੇ ਬੱਚਿਆਂ ਨੂੰ ਇਸ ਪਾਸੇ ਉਹਨਾਂ ਨੂੰ ਜ਼ਰੂਰ ਦਿਖਾਓ ਵੀ ਪਹਿਲਾਂ ਸਿੱਖਾਂ ਦੇ ਵਿੱਚ ਕਿੰਨੀ ਭਾਵਨਾ ਹੁੰਦੀ ਸੀ, ਕਿਵੇਂ ਮਹਾਰਾਜ ਦੇ ਸਰੂਪ ਜਿਹੜੇ ਸੀ ਹੱਥਾਂ ਦੇ ਨਾਲ ਲਿਖੇ ਜਾਂਦੇ ਸੀ, ਔਰ ਉਹ ਜਿਹੜੀ ਪੁਰਾਤਨ ਗੁਰਸਿੱਖਾਂ ਵਾਲੀ ਸਪਿਰਿਟ ਆ ਉਹਨੂੰ ਕਾਇਮ ਰੱਖਦਿਆਂ ਹੀ ਭਾਈ ਸਾਹਿਬ ਜਿਹੜੇ ਆ ਇਸ ਉਪਰਾਲੇ ਦੇ ਵਿੱਚ ਲੱਗੇ ਹੋਏ ਆ। ਤਾਂ ਮੈਂ ਗੁਰੂ ਕੀ ਸੰਗਤ ਨੂੰ ਬੇਨਤੀ ਕਰੂੰਗਾ ਕਿ ਆਪ ਜੀ ਜਦੋਂ ਵੀ ਇੱਧਰ ਆਓ ਅਤੇ ਵੀਰ ਜੀ ਉਹਨਾਂ ਨੂੰ ਮਿਲ ਕੇ ਜਾਓ। ਕੈਮਰਾਮੈਨ ਅੰਮ੍ਰਿਤਵੀਰ ਸਿੰਘ ਆਪਣੇ ਫਾਊਂਡੇਸ਼ਨ ਦੇ ਨਾਲ, ਮੈਂ ਕੁਲਦੀਪ ਸਿੰਘ ਗੜਗੱਜ, ਦੀ ਖਾਲਸ TV ਅਤੇ ਸਿੱਖ ਸਿਧਾਂਤ TV ਦੇ ਵਾਸਤੇ ਭਗਤਾ ਭਾਈ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।